ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ 24x7 ਪੰਜਾਬ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਵੱਡਾ ਐਲਾਨ ਕੀਤਾ। ਅੱਜ ਪੰਚਕੂਲਾ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਇੱਕ ਐਲਾਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਪਿਛਲੇ ਕੁਝ ਦਿਨਾਂ ਵਿੱਚ ਰਾਜ ਵਿੱਚ ਵਾਪਰੀਆਂ ਅਗਜ਼ਨੀ ਦੀਆਂ ਘਟਨਾਵਾਂ ਕਾਰਨ ਹੋਏ ਫਸਲਾਂ ਦੇ ਨੁਕਸਾਨ ਦੀ ਭਰਪਾਈ ਕਰੇਗੀ। ਹੁਣ ਤੱਕ ਲਗਭਗ 801 ਏਕੜ ਨੁਕਸਾਨ ਦੀ ਰਿਪੋਰਟ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਹਨਾਂ ਘਟਨਾਵਾਂ ਦੀ ਰਿਪੋਰਟ ਲੈਣ ਅਤੇ ਨੁਕਸਾਨ ਦਾ ਮੁਲਾਂਕਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਕੁਝ ਥਾਵਾਂ ਤੇ ਕਿਸਾਨਾਂ ਨੂੰ ਪਸ਼ੂਆਂ ਦਾ ਨੁਕਸਾਨ ਜਾਂ ਕੋਈ ਹੋਰ ਨੁਕਸਾਨ ਹੋਇਆ ਹੈ, ਸਰਕਾਰ ਉਸ ਦੀ ਵੀ ਭਰਪਾਈ ਕਰੇਗੀ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਿਪਟੀ ਕਮਿਸ਼ਨਰ ਦਫ਼ਤਰ ਜਾਣ ਤੇ ਆਪਣੇ ਨੁਕਸਾਨ ਸੰਬੰਧੀ ਅਰਜ਼ੀ ਦੇਣ ਤਾਂ ਜੋ ਉਹਨਾਂ ਦੇ ਮੁਆਵਜ਼ੇ ਦੀ ਰਕਮ ਜਲਦੀ ਤੋਂ ਜਲਦੀ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਸਕੇ। ਕਿਸਾਨਾਂ ਨੂੰ ਕਿਸੇ ਵੀ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅੱਜ ਪੰਚਕੂਲਾ ਜ਼ਿਲ੍ਹੇ ਦੇ ਸੁਖਦਰਸ਼ਨਪੁਰ ਪਿੰਡ ਵਿੱਚ ਸਥਿਤ ਇੱਕ ਮਾਧਵ ਗਊਸ਼ਾਲਾ ਵਿਖੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦੇ ਉਦਘਾਟਨ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਗਊਸ਼ਾਲਾ ਦੇ ਹਾਤੇ ਵਿੱਚ ਬਣੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦਾ ਉਦਘਾਟਨ ਕੀਤਾ ਅਤੇ ਪ੍ਰਾਰਥਨਾ ਕੀਤੀ। ਉਹਨਾਂ ਨੇ ਇੱਕ ਪੌਦਾ ਲਗਾਇਆ ਤੇ ਗਊ ਦਾ ਚਾਰਾ ਪਾਇਆ। ਇਸ ਮੌਕੇ ਤੇ ਮੁੱਖ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਨੂੰ 1000 ਰੁਪਏ ਦੇਣ ਦੀ ਅਪੀਲ ਕੀਤੀ। ਸਿੱਖਿਆ ਮੰਤਰੀ ਮਹਿਪਾਲ ਟਾਂਡਾ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਆਪਣੇ ਫੰਡ ਵਿੱਚੋਂ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਹਨਾਂ ਦੀ ਤਰਫੋਂ ਮਾਧਵ ਗਊਸ਼ਾਲਾ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਧਾ ਕ੍ਰਿਸ਼ਨ ਦਾ ਇਹ ਮੰਦਿਰ ਸ਼ਰਧਾਲੂਆਂ ਲਈ ਅਧਿਆਤਮਕ ਊਰਜਾ ਦਾ ਕੇਂਦਰ ਬਣੇਗਾ। ਇਹ ਮੰਦਿਰ ਸਾਨੂੰ ਪਿਆਰ, ਦਇਆ ਅਤੇ ਸ਼ਰਧਾ ਦੀ ਭਾਵਨਾ ਨਾਲ ਭਰ ਦੇਵੇਗਾ, ਜਿਸ ਨਾਲ ਸਮਾਜ ਵਿੱਚ ਸਕਾਰਾਤਮਕ ਬਦਲਾਅ ਹੋਣਗੇ। ਉਹਨਾਂ ਨੇ ਕਿਹਾ ਕਿ ਹਰਿਆਣਾ ਵਿੱਚ ਇੱਕ ਅਜਿਹਾ ਰਾਜ ਹੈ ਜਿੱਥੇ ਗਊ ਮਾਤਾ ਦੀ ਪੂਜਾ ਮਾਂ ਵਾਂਗ ਕੀਤੀ ਜਾਂਦੀ ਹੈ। ਗਊ ਮਾਤਾ ਦੀ ਸੇਵਾ ਕਰਨਾ ਸਾਡੇ ਧਰਮ ਅਤੇ ਸੱਭਿਆਚਾਰ ਦਾ ਇੱਕ ਅੰਗ ਹੈ ਅਤੇ ਇਹ ਗਊਸ਼ਾਲਾ ਇਸ ਪਰੰਪਰਾ ਨੂੰ ਜਿੰਦਾ ਰੱਖ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਗਊ ਰੱਖਿਆ ਨੂੰ ਤਰਜੀਹ ਦਿੱਤੀ ਹੈ, ਇਸ ਲਈ ਗਊਸ਼ਾਲਾਵਾਂ ਨੂੰ ਵਿੱਤੀ ਸਹਾਇਤਾ, ਚਾਰਾ ਅਤੇ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਗਊਆਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਏ ਗਏ ਹਨ ਅਤੇ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਮਾਧਵ ਗਊਸ਼ਾਲਾ ਸਾਲ 2022 ਤੋਂ ਸਾਲ 2024 ਤੇ 25 ਤੱਕ ਗਊਆਂ ਦੀ ਸੁਰੱਖਿਆ ਅਤੇ ਰੱਖ ਰਖਾਵ ਲਈ ਲਗਭਗ 40 ਲੱਖ ਰੁਪਏ ਦਾ ਗ੍ਰਾਂਟ ਸਹਾਇਤਾ ਦਿੱਤੀ ਗਈ ਹੈ। ਸੀਐਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਗਊਸ਼ਾਲਾਵਾਂ ਨੂੰ ਸਵੈ ਨਿਰਭਰ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗਊਸ਼ਾਲਾਵਾਂ ਦਾ ਬਜਟ 590 ਕਰੋੜ ਰੁਪਏ ਦਾ ਦਿੱਤਾ ਗਿਆ ਹੈ, ਜਦੋਂ ਕਿ 2014 ਤੋਂ ਪਹਿਲੇ ਇਹ ਬਜਟ ਸਿਰਫ 2 ਕਰੋੜ ਰੁਪਏ ਸੀ। ਸਰਕਾਰ ਨੇ ਚਾਰੇ ਲਈ ਜ਼ਮੀਨ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਹੈ ਤੇ ਹਨ ਗਊਸ਼ਾਲਾਵਾਂ ਨੂੰ ਇਹ ਜ਼ਮੀਨ ਨੂੰ ਗਊਆਂ ਦੇ ਚਾਰੇ ਲਈ ਵਰਤ ਸਕਣਗੀਆਂ। ਸਰਕਾਰ ਗਊਆਂ ਦੀ ਭਲਾਈ ਲਈ ਪੂਰੀ ਵਚਨਬੱਧ ਹੈ। मेरा ये परम सौभाग्य भी है कि शिवालिक की गरिमालाओं की गोद में श्री माधव गौशाला में आज भगवान श्री कृष्ण का रूप आज यहाँ विराजमान है। इसके लिए आप सबको बहुत बहुत बधाई। मैं इस अवसर के ऊपर भगवान श्री कृष्ण के चरणों में शीश नवा करके प्रणाम करता हूं और आप सबको इस पावन मंदिर की स्थापना के लिए बहुत बहुत बधाई और शुभकामनाएं देता हूं। आप सब महानुभाव को मैं दोनों हाथ जोड़ करके प्रणाम करता हूं, राम राम करता हूं। आप सब जानते भी हैं और गौ माता का एक अत्यंत गहरा और पवित्र रिश्ता संबंध रहा है। उन्होंने अपने बचपन में ही जीवन का एक बड़ा हिस्सा गोकुल और वृंदावन के ग्वालों के रूप में बिताया है। वे गाय चराया करते थे और गौ सेवाओं को वो अपने जीवन में एक धर्म के रूप में मानते थे। मुझे खुशी है कि इस गौशाला में राधा कृष्ण का मंदिर बनने के बारे यह बात चरितार्थ होती है कि जहाँ गौ माता की सेवा होती है वहाँ भगवान श्री कृष्ण स्वयं वास करने लग जाते हैं। ये हमारे लिए बड़े गर्व की बात है। गौ सेवा श्री कृष्ण की बाल लीलाओं की एक प्रतीक है। मंदिर बन कि भगवान श्री कृष्ण जी के 2 प्रसिद्ध नाम हुए हैं, गोविंद और गोपाल। गोविंद का अर्थ है गायों के रक्षक
और गोपाल का अर्थ है गोपालक। गायों से उनका रिश्ता कितना आत्मिक और घनिष्ठ था, ये हमें उनकी जीवन की लीलाओं से ये पता चलता है, हमें उनसे प्रेरणा मिलती है। और संस्कृति का अभिन्न अंग है और यह गौशाला इस परंपरा का कोई संजीव को बनाए रखने में ये महत्वपूर्ण भूमिका अदा करेगी। हमारी सरकार ने हरियाणा में गौ सेवा संरक्षण, जिसकी पूर्व में हमारे वक्ताओं ने चर्चा की है, को प्राथमिकता दी है। इसके लिए हमने गौशालाओं को आर्थिक सहायता, चारा और चिकित्सा सुविधाएं उपलब्ध कराने के हेतु विशेष योजनाएं लागू की है। गौवंश की सुरक्षा के लिए सख्त कानून भी हमारी सरकार ने बनाए हैं और निगरानी तंत्र को भी हमने मजबूत किया है। मुझे खुशी है, आपको यह जानकर खुशी भी होगी कि इस बजट में गौशालाओं के लिए हमने 595 करोड़ रुपए का प्रावधान किया है। ये प्रावधान जब 2014 से पहले हमने जन सेवा का दायित्व संभाला था, जब आदरणीय नरेंद्र मोदी जी के नेतृत्व में 2014 में आप सबके आशीर्वाद से देश ने आदरणीय प्रधानमंत्री जी जो प्रधान सेवक के रूप में उन्होंने जिम्मेवारी ली थी और हरियाणा में आदरणीय मनोहर लाल जी मुख्यमंत्री बने थे। ये 2014 से पहले जो बजट था वो मात्र 2 करोड़ रुपए था, जिसको हमने 10 वर्षों के अंदर बढ़ा करके 595 करोड़ रुपया कर दिया है। भाइयों, इसका लाभ ये गौशालाओं को और हमारे गौवंशों को इसका बड़ा लाभ मिल रहा है। हमने इस वित्त वर्ष में भी 1 लाख एकड़ भूमि में प्राकृतिक खेती करने का लक्ष्य रखा है। हमने पंचगव्य में के महत्व को देखते हुए देसी गाय के पालन को हमने बढ़ावा दिया है। इस वित्त वर्ष के बजट में मैंने देसी गाय खरीदने के लिए किसानों को जो पहले 25,000 रुपया देते थे, अब उसको बढ़ा करके अगर रुपए का उसको सहायता करेगी। ये निर्णय हमने इसके अंदर किया है।